अस्सलाम वालेकुम नाज़रीन। कमर अब्बास मांजिद तुहाडी खिदमत 'ਚ हाज़र हाँ। नाज़रीन, जिस तरह कि ਤੁਸੀਂ ਜਾਣਦੇ ਕਿ ਰੋਜ਼ ਇੱਕ ਨਵੀਂ ਗੱਲਬਾਤ ਕਰੀਦੀ ਹੈ ਤੁਹਾਡੇ ਨਾਲ, ਤੇ ਕੁਝ ਮਸਲੇ ਹੁੰਦੇ ਨੇ, ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਤੱਕ ਇੱਕ ਮੈਸੇਜ ਪਹੁੰਚਾਈਏ। ਤੇ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਲੈ ਕੇ ਆਏ ਹਾਂ, ਉਹ ਸਰਕਾਰੀ ਸਕੂਲਾਂ ਦਾ। ਅੱਜ ਸਾਰਾ ਦਿਨ ਤੁਸੀਂ ਵੇਖਿਆ ਹੋਣਾ ਕਿ ਬੜੇ ਮਾਮਲਾਤ ਖਰਾਬ ਰਹੇ ਔਰ ਜਗ੍ਹਾ ਜਗ੍ਹਾ ਇਹਤਜਾਜ ਹੋਇਆ। ਤੇ ਉਹਦੀ ਵਜ੍ਹਾ ਕੀ ਸੀ, ਉਹ ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ। ਵਜ੍ਹਾ ਸਭ ਤੋਂ ਪਹਿਲੀ ਤੇ ਇਹ ਹੈ ਕਿ ਜਿਹੜੇ ਸਰਕਾਰੀ ਸਕੂਲ ਆ, ਇਹਦੇ 'ਚ ਵੀ ਬਹੁਤ ਸਾਰੀਆਂ ਖਾਮੀਆਂ ਤੇ ਲੌਸ ਹੈਗੇ ਆ। ਉਹ ਇਸ ਤਰ੍ਹਾਂ ਹੈ ਕਿ ਮਤਲਬ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੁਝ ਸਰਵੇ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਕਿ ਜਨਾਬ ਤਕਰੀਬਨ ਸਕੂਲਾਂ ਦੇ ਵਿੱਚ 1 ਲੱਖ ਰੁਪਏ ਦੇ ਹਿਸਾਬ ਨਾਲ ਮਤਲਬ ਕੋਈ ਸੈਲਰੀ ਜਿਹੜੀ ਨਾ ਅਸਾਤਜ਼ਾਂ ਨੂੰ ਦਿੱਤੀ ਜਾਂਦੀ ਹੈ। ਖਾਸ ਕਰ ਜਿਹੜੀਆਂ ਖਵਾਤੀਨ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ, ਉਹਦੇ ਵਿੱਚ ਉਹ ਕਰਦੀਆਂ ਇਸ ਤਰ੍ਹਾਂ ਕਿ ਮਤਲਬ ਸਰਵੇ ਇਹ ਗੱਲ ਕਹਿ ਰਿਹਾ ਕਿ ਜੀ ਉਹ ਆਪਣਾ ਟੀਚਰ ਇੱਕ ਰੱਖ ਲੈਂਦੀਆਂ, ਕੁਛ ਘੱਟ ਪੜ੍ਹੀ ਲਿਖੀ ਹੋਏਗੀ, ਤੇ ਉਹਨੂੰ ਕੋਈ 10-15 ਹਜ਼ਾਰ ਰੁਪਏ ਸੈਲਰੀ ਦੇ ਕੇ ਤੇ ਉਹ ਬੱਚਿਆਂ ਨੂੰ ਪੜ੍ਹਾ ਰਹੀਆਂ ਹੁੰਦੀਆਂ। ਮਤਲਬ ਉਹ ਕਾਫੀ ਜਗ੍ਹਾ ਦੇ ਉੱਤੇ ਇਹ ਮਾਮਲਾ ਪਾਇਆ ਗਿਆ। ਅੱਛਾ, ਦੂਸਰੇ ਪਾਸੇ ਆਉਂਦੇ ਹਾਂ ਜੀ ਕਿ ਕੁਝ ਮਤਲਬ ਅਸਾਤਜ਼ਾ ਆਉਂਦਾ ਹੀ ਨਹੀਂ। ਮਤਲਬ ਕਾਫੀ ਸਾਰੇ ਸਕੂਲਸ ਦੇ ਵਿੱਚ ਮਸਲਾ ਇਹ ਹੈ ਕਿ ਉੱਥੇ ਅਸਾਤਜ਼ਾ ਨਹੀਂ ਪਹੁੰਚਦੇ ਤੇ ਬੱਚਿਆਂ ਦੀ ਤਾਲੀਮ ਦਾ ਹਰਜ ਹੁੰਦਾ ਹੈ। ਇਹਦੀ ਹੀ ਵਜ੍ਹਾ ਤੋਂ ਜਿਹੜੇ ਸਾਡੇ ਨਿਜਕਾਰੀ ਹੈ, ਜਿਹੜੇ ਪ੍ਰਾਈਵੇਟ ਸਕੂਲ ਆ, ਉਹ ਜਨਮ ਲੈਂਦੇ ਆ ਤੇ ਉਹ ਜ਼ਿਆਦਾ ਵੱਧ ਰਹੇ ਆ, ਕਿਉਂਕਿ ਮੇਰਾ ਖਿਆਲ ਹੈ ਕਿ ਜਿਹੜੀ ਪੜ੍ਹਾਈ ਦਾ ਤਨਾਸਬ ਸਰਕਾਰੀ ਸਕੂਲਾਂ ਦਾ, ਉਹ ਕੁਝ ਤਸੱਲੀ ਬਖਸ਼ ਨਹੀਂ ਹੈਗਾ। ਤੇ ਉਹ ਕੁਛ ਹਕਾਇਕ ਲੈ ਕੇ ਅੱਜ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ ਕਿ ਅਸਲ ਮਸਲਾ ਕੀ ਹੈ। ਇਹ ਜਿਹੜੇ ਅਚਾਨਕ ਅੱਜ ਸੁਬਾਹ ਸਕੂਲਸ ਦਾ ਜਿਹੜਾ ਹੋਇਆ, ਇੱਕ ਤੇ ਇਹਦੀ ਮੈਂ ਦੱਸਦਾ ਜਾਵਾਂ ਕਿ ਇਹਦੇ ਵਿੱਚ ਇਹ ਹੈ ਕਿ ਆਪਣਾ 2000 ਤੋਂ ਜ਼ਾਇਦ ਜਿਹੜੇ ਸਕੂਲਸ ਦੀ ਤਾਦਾਦ ਹੈਗਾ ਹੀ ਆ, ਉਹਨਾਂ ਨੂੰ ਮਤਲਬ ਪ੍ਰਾਈਵੇਟ ਕੀਤਾ ਜਾਏਗਾ। ਤੇ ਇਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਾਂਗਾ ਕਿ ਇਹਨੂੰ ਕੌਣ ਮਤਲਬ ਚਲਾਏਗਾ। ਅੱਛਾ, ਦੂਸਰਾ, ਔਰ ਜਿਹੜੇ 2000 ਤੋਂ ਜ਼ਾਇਦ ਤੇ ਦੋ ਸਕੂਲ ਜਿਹੜੇ ਨਾ, ਉਹ ਮਤਲਬ ਉਸ ਤਨਜ਼ੀਮ ਨੂੰ ਦੇ ਦਿੱਤੇ ਜਾਣਗੇ ਚਲਾਉਣ ਲਈ। ਔਰ ਇਹਦੀਆਂ ਸਾਰੀਆਂ ਵਜੂਹਾਤ ਇਹ ਹੀ ਆ। ਲੇਕਿਨ ਇੱਕ ਸਵਾਲ ਮਤਲਬ ਮੈਂ ਕਰਨਾ ਚਾਹਾਂਗਾ, ਜਿਹੜੀ ਸਾਡੀ ਗੌਰਮੈਂਟ ਹਕੂਮਤ ਹੈ ਹੁਣ ਚੱਲ ਰਹੀ ਹੈ ਨਿਗਰਾਨ, ਤੇ ਇਸ ਤੋਂ ਪਹਿਲੇ ਜਿੰਨੀਆਂ ਗੌਰਮੈਂਟਸ ਆਈਆਂ, ਉਹਨਾਂ ਨੇ ਮਤਲਬ ਇਹਨੂੰ ਕਿਉਂ ਨਹੀਂ ਚੈੱਕ ਕੀਤਾ। ਇੰਨੇ ਬੰਦੇ ਮਹਿਕਮਾ ਐਜੂਕੇਸ਼ਨ ਜਿਹੜਾ ਹੈ ਵਾ ਪੰਜਾਬ ਦਾ, ਉਹਦੇ ਵਿੱਚ ਮਤਲਬ ਉਹਨਾਂ ਨੇ ਕਿਉਂ ਨਹੀਂ ਇਹਨੂੰ ਚੈੱਕ ਐਂਡ ਬੈਲੈਂਸ ਕੀਤਾ ਔਰ ਕਿਉਂ ਨਹੀਂ ਇਹਦੇ ਤੇ ਕਾਬੂ ਕੀਤਾ। ਫਿਰ ਸਰਕਾਰੀ ਸਕੂਲ ਦਾ ਇੱਕ ਆਪਣਾ ਦਾਨਿਸ਼ ਸਕੂਲ ਸਿਸਟਮ ਵੀ ਬੜਾ ਪਾਪੂਲਰ ਹੋਇਆ ਤੇ ਉੱਤੇ ਵੀ ਬੜਾ ਪੈਸਾ ਲੱਗਾ, ਮਤਲਬ ਸਕੂਲਸ ਨੂੰ ਮਾਡਲ ਬਣਾਉਣ ਦੇ ਉੱਤੇ। ਫਿਰ ਸਿਲੇਬਸ ਇਹ ਉਹ ਸਾਰੀਆਂ ਚੀਜ਼ਾਂ, ਮਤਲਬ ਉਹਦੇ ਤੇ ਕਾਫੀ ਗੌਰਮੈਂਟ ਦੇ ਪੈਸੇ ਲੱਗੇ। ਉਹ ਪੈਸਿਆਂ ਨੇ ਵੀ ਇਹਨਾਂ ਦਾ ਸਿਸਟਮ ਜਿਹੜਾ ਠੀਕ ਨਹੀਂ ਹੋ ਸਕਿਆ। ਇੰਸਪੈਕਸ਼ਨ ਬੜੀ ਜ਼ਰੂਰੀ ਸੀ, ਇਹਨਾਂ ਨੂੰ ਚੈੱਕ ਕਰਨਾ ਬੜਾ ਜ਼ਰੂਰੀ ਸੀ, ਲੇਕਿਨ ਅਫਸੋਸ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਮਤਲਬ ਇਹਨਾਂ ਨੂੰ ਚੈੱਕ ਨਹੀਂ ਕੀਤਾ ਗਿਆ। ਮਤਲਬ ਇੱਥੇ ਬੇਦਰੇਗ ਪੈਸੇ, ਦਾਨਿਸ਼ ਸਕੂਲ ਸਿਸਟਮ ਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਤਰੀਕੇ ਨਾਲ ਚੱਲਿਆ ਤੇ ਉਹ ਕਿੱਦਾਂ ਉਹਨੂੰ ਮਤਲਬ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ 'ਚ ਕੀ ਕੁਛ ਕੀਤਾ ਹੋਏਗਾ। ਲੇਕਿਨ ਸਭ ਤੋਂ ਮੇਨ ਚੀਜ਼ ਜਿਹੜੀ ਪਾਕਿਸਤਾਨ ਦਾ ਸਭ ਤੋਂ ਵੱਡਾ ਇੱਕ ਅਲਮੀਆ ਤੇ ਮਸਲਾ ਹੈਗਾ ਕਿ ਜਦੋਂ ਕੋਈ ਚੀਜ਼ ਖਰਾਬ ਹੋ ਜਾਂਦੀ ਹੈ, ਅਸੀਂ ਫਿਰ ਉਹਦੇ ਵੱਲ ਧਿਆਨ ਕਰਦੇ, ਉਸ ਤੋਂ ਪਹਿਲੇ ਅਸੀਂ ਧਿਆਨ ਕਰਨਾ ਗਵਾਰਾ ਨਹੀਂ ਕਰਦੇ। ਜਦੋਂ ਕੋਈ ਮਾਮਲਾ ਖਰਾਬ ਹੋ ਜਾਂਦੇ ਆ, ਵਿਗੜ ਜਾਂਦੇ ਆ, ਫਿਰ ਅਸੀਂ ਉਹਦੇ ਵੱਲ ਜਾਂਦੇ ਹਾਂ। ਇਹਦੇ ਵਿੱਚ ਜੀ ਹਕੂਮਤ ਇਹ ਗੱਲ ਕਹਿੰਦੀ ਆ ਇਹਨੂੰ ਪ੍ਰਾਈਵੇਟ ਕਰਨ ਲਈ। ਉਹ ਕਹਿੰਦੀ ਹੈ ਜੀ ਕਿ ਸਰਕਾਰੀ ਸਕੂਲਾਂ ਦੀ ਨਿਜਕਾਰੀ ਦਾ ਬੁਨਿਆਦੀ ਮਕਸਦ ਕੁਆਲਿਟੀ ਤੇ ਐਜੂਕੇਸ਼ਨ ਨੂੰ ਯਕੀਨੀ ਬਣਾਉਣਾ। ਯਾਨੀ ਹੋਸਟ ਸਕੂਲ ਜਿਹੜੇ ਹੁੰਦੇ ਆ ਨਾ, ਜਿਹੜੇ ਮਤਲਬ ਕਹਿ ਲਓ ਕਿ ਜਿਨ੍ਹਾਂ ਦਾ ਕੋਈ ਪੁਰਸਾਨੇ ਹਾਲ ਹੀ ਨਹੀਂ। ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇੱਕ ਚੀਜ਼ ਹੋਰ ਮੈਂ ਇਹਦੇ 'ਚ ਐਡ ਕਰਨਾ ਚਾਹਾਂਗਾ, ਅਗਰ ਗੌਰਮੈਂਟ ਨੇ ਹੁਣ ਇਹਦੇ ਵੱਲ ਧਿਆਨ ਦਿੱਤਾ ਹੈ, ਤੇ ਬਹੁਤ ਸਾਰੇ ਸਕੂਲ ਐਸੇ ਵੀ ਆ ਜਿਨ੍ਹਾਂ ਦੀ ਨਾ ਦੀਵਾਰ ਆ, ਨਾ ਉਹਨਾਂ 'ਚ ਲੈਟਰੀਨ ਆ। ਅਗਰ ਉਹ ਅਸਾਤਜ਼ਾ ਦਾ ਕਸੂਰ ਨਹੀਂ, ਉਹ ਕਸੂਰ ਹੈ ਐਜੂਕੇਸ਼ਨ ਬੋਰਡ ਦਾ, ਉਹ ਕਸੂਰ ਹੈ ਗੌਰਮੈਂਟ ਦਾ। ਮਤਲਬ ਉਹਨਾਂ ਸਕੂਲਾਂ ਦੇ ਉੱਤੇ ਅੱਜ ਵੀ ਬੱਚੇ ਟਾਟ ਤੇ ਬਹਿੰਦੇ ਆ। ਅੱਜ ਵੀ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਟਾਟ ਤੇ ਬਹਿੰਦੇ, ਤੇ ਨਾ ਉੱਥੇ ਕੋਈ ਪਾਣੀ ਦਾ ਅੱਛਾ ਇੰਤਜ਼ਾਮ ਆ, ਚਾਰ ਦੀਵਾਰੀ ਉਹਦੀ ਨਹੀਂ ਹੈਗੀ। ਮਤਲਬ ਉਹਨਾਂ ਨੂੰ ਵੀ ਤੇ ਧਿਆਨ ਕਰਨਾ ਹੈ ਨਾ। ਅਗਰ ਉਹ ਸਕੂਲ ਵੀ ਤੇ ਕਿਸੇ ਜ਼ੁਮਰੇ 'ਚ ਆਉਂਦੇ ਆ, ਲੇਕਿਨ ਅਫਸੋਸ ਕਿ ਅਸੀਂ ਉਹਨੂੰ ਨਹੀਂ ਵੇਖ ਰਹੇ ਹੈਗੇ, ਨਾ ਅਸੀਂ ਉਹਨੂੰ
ਚੈੱਕ ਕਰ ਰਹੇ, ਚੈੱਕ ਐਂਡ ਬੈਲੈਂਸ ਨਹੀਂ ਹੈ ਸਾਡੇ 'ਚ। ਅਸੀਂ ਉਦੋਂ ਉਹਨੂੰ ਕੰਮ ਨੂੰ ਵੇਖਦੇ ਹਾਂ ਜਦੋਂ ਕੋਈ ਕੰਮ ਖਰਾਬ ਹੋਣ ਲੱਗ ਜਾਂਦਾ। ਉਹਦੇ 'ਚ ਜੀ ਜਨਾਬ ਅੱਗੇ ਕੀ ਕਹਿੰਦੀ ਹੈ ਗੌਰਮੈਂਟ ਕਿ ਜਨਾਬ ਇਹਦੇ 'ਚ ਸਰਕਾਰੀ ਜਿਹੜੇ ਸਾਜ਼ਾ ਵਾ ਉਹਨਾਂ ਦੀ ਮੋਨੋਪੋਲੀ ਨੂੰ ਖਤਮ ਕਰਨਾ, ਠੀਕ ਹੈ ਜੀ। ਤੇ ਸਕੂਲ ਦੇ ਵਿੱਚ ਬਹੁਤ ਸਾਰੇ ਅਸਾਤਜ਼ਾ ਖਸੂਸਨ ਖਵਾਤੀਨ ਜਿਹੜੀਆਂ ਹੈ ਨਾ ਜੀ ਉਹ ਨਹੀਂ ਆਉਂਦੀਆਂ ਸਕੂਲ 'ਚ। ਉਹ ਕੀ ਕਰਦੀਆਂ ਕਿ ਜਿਨ੍ਹਾਂ ਦੀਆਂ ਤਨਖਾਹਾਂ ਜਿਹੜੀਆਂ ਹੈ ਨਾ ਤਕਰੀਬਨ 1 ਲੱਖ ਤੋਂ ਉੱਪਰ ਬਣਦੀਆਂ ਤੇ ਉਹ ਕਰਦੀਆਂ ਕੀ ਹੈ ਕਿ ਅਗਰ ਉਹ ਸਕੂਲ ਨਹੀਂ ਆਉਂਦੀਆਂ ਤੇ ਇੱਕ ਬੱਚੀ ਜਿਹੜੀ ਮਤਲਬ ਕਹਿ ਲਓ ਕਿ ਕੋਈ 10 ਪੜ੍ਹੀ ਹੈ ਕੋਈ ਇੱਦਾਂ ਕਰਕੇ ਤੇ ਉਹਨੂੰ ਲਿਆ ਕੇ ਉਹਨੂੰ 10-15 ਹਜ਼ਾਰ ਦੇ ਕੇ ਤੇ ਬੱਚਿਆਂ ਨੂੰ ਪੜ੍ਹਾਉਂਦੀਆਂ ਔਰ ਇਹ ਬੜਾ ਵੱਡਾ ਇੱਕ ਲਾਸ ਆ ਔਰ ਇਹ ਗਲਤ ਆ। ਮਤਲਬ ਅਗਰ ਇਹ ਜਿੱਥੇ ਹੋ ਰਿਹਾ ਜਾਂ ਜਿੱਥੇ ਹੋਇਆ ਤੇ ਬਹੁਤ ਗਲਤ ਹੋਇਆ ਕਿਉਂਕਿ ਇਹ ਉਹ ਆਪਣੀ ਫਰਜ਼ ਦੇ ਨਾਲ ਗਫਲਤ ਵਰਤ ਰਹੇ ਆ ਔਰ ਇਹ ਨਹੀਂ ਹੋਣਾ ਚਾਹੀਦਾ ਸੀ। ਅੱਛਾ, ਦੂਸਰੀ ਗੱਲ ਇਹ ਆ ਕਿ ਜਨਾਬ ਅਰਬਾਂ ਦਾ ਬਜਟ ਲਾਇਆ ਜਾਂਦਾ ਜੀ, ਯਾਨੀ ਕਿ ਕੁਝ ਸਕੂਲ ਜਿਹੜੇ ਆ ਉਹਨਾਂ ਦੇ ਉੱਤੇ ਅਰਬਾਂ ਦਾ ਬਜਟ ਲੱਗਾ, ਅੱਛੀਆਂ ਇਮਾਰਤਾਂ ਤੇ ਲੇਕਿਨ ਇਹਦੇ ਬਾਵਜੂਦ ਉਹਨਾਂ ਦਾ ਮਿਆਰ ਅੱਛਾ ਨਹੀਂ ਹੈ, ਐਜੂਕੇਸ਼ਨ ਤਲੀਮ ਦਾ ਮਿਆਰ ਅੱਛਾ ਨਹੀਂ ਔਰ ਉਹਦੀ ਵਜ੍ਹਾ ਤੋਂ ਜਿਹੜੇ ਪ੍ਰਾਈਵੇਟ ਸੈਕਟਰ ਆ ਸਕੂਲਸ ਆ ਉਹ ਮਤਲਬ ਵੱਧ ਰਹੇ ਨੇ। ਇਹ ਚੀਜ਼ਾਂ ਜਿਹੜੀਆਂ ਨਾ ਜੀ ਗੌਰਮੈਂਟ ਨੂੰ ਨਜ਼ਰ ਆਈਆਂ ਹੁਣ ਤੇ ਗੌਰਮੈਂਟ ਨੇ ਤੇ ਐਕਸ਼ਨ ਲਿਆ ਜਿਹਦਾ ਰੱਦੇਅਮਲ ਇਹ ਆ ਕਿ ਜਿਹੜੇ ਸਰਕਾਰੀ ਸਾਜ਼ਾ ਸੀ ਤੇ ਉਹਨਾਂ ਨੇ ਅੱਜ ਇਹਦੇ ਤੇ ਇਹਤਜਾਜ ਕਰਤਾ ਕਿ ਜਨਾਬ ਇਹਨੂੰ ਤੁਸੀਂ ਨਿਜਕਾਰੀ ਕਿਉਂ ਕਰ ਰਹੇ ਹੋ ਕਿਉਂਕਿ ਲੀਵ ਕੈਸ਼ਮੈਂਟ ਦੇ ਵੀ ਬੜੇ ਮਸਲੇ ਬਣਨਗੇ। ਫਿਰ ਜਿਹੜੀ ਤਨਜ਼ੀਮ ਆ ਉਹ ਆਪਣੀ ਮਰਜ਼ੀ ਨਾਲ ਆਪਣੇ ਸਟੂਡੈਂਟਸ ਕੋ ਫੀਸ ਲਏਗੀ, ਮਤਲਬ ਇਸ ਸਿਲੇਬਸ ਦੇ ਜੋ ਵੀ ਉਹਨਾਂ ਦਾ ਬਣਦਾ ਕਿਉਂਕਿ ਤਨਜ਼ੀਮ ਨੇ ਅਗਰ ਉਹਨੂੰ ਨਿਜਕਾਰੀ ਪ੍ਰਾਈਵੇਟ ਸੈਕਟਰ ਨੇ ਚਲਾਉਣਾ ਹੈ ਤੇ ਫਿਰ ਆਲਰੇਡੀ ਉਹ ਆਪਣੀ ਮਰਜ਼ੀ ਨਾਲ ਹੀ ਵਰਕ ਕਰੇਗੀ, ਉਹ ਆਪਣੀ ਮਰਜ਼ੀ ਨਾਲ ਫੀਸਾਂ ਲਵੇਗੀ, ਆਪਣੀ ਮਰਜ਼ੀ ਨਾਲ ਹੀ ਸਕੂਲ ਦਾ ਸਾਰਾ ਸਿਸਟਮ ਚਲਾਏਗੀ। ਯਾਨੀ ਕਿ ਯੂਨੀਫਾਰਮ ਕਿਤਾਬਾਂ ਮਤਲਬ ਉਹਦੇ ਚਾਰਜ ਜਿਸ ਤਰ੍ਹਾਂ ਕਿ ਸਰਕਾਰੀ ਸਕੂਲ ਦੀ ਅਸੀਂ ਫੀਸ ਦਿੰਦੇ ਹਾਂ ਜੀ ਉਹ ਸਾਲ ਦੀ ਇਕੱਠੀ ਦੇ ਦਿਓ, ਇਹ ਚੱਕਰ ਨਹੀਂ ਹੋਏਗਾ ਕਿਉਂਕਿ ਉਹਨਾਂ ਨੇ ਜੀ ਉਹਦਾ ਮਿਆਰ ਬਿਹਤਰ ਬਣਾਉਣ ਲਈ ਉਹਨੂੰ ਨਿਜਕਾਰੀ ਦੇ ਵਿੱਚ ਮਤਲਬ ਮਕਸਦ ਗੌਰਮੈਂਟ ਦਾ ਇਹ। ਲੇਕਿਨ ਉਹਦਾ ਜਿਹੜਾ ਰੱਦੇ-ਅਮਲ ਆਇਆ ਉਹਦਾ ਅੱਜ ਇੱਕ ਨਵਾਂ ਪਹਿਲੂ ਜਿਹੜਾ ਨਜ਼ਰ ਆਇਆ ਕਿ ਮੁਖਤਲਿਫ ਸ਼ਹਿਰਾਂ ਦੇ ਵਿੱਚ ਮੁਖਤਲਿਫ ਸਿਟੀਜ਼ ਫੈਸਲਾਬਾਦ, ਗੁਜਰਾਂਵਾਲਾ, ਸਰਗੋਦਾ ਉਹਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਬੇਸਿਕਲੀ ਮਤਲਬ ਬੱਚੇ ਸਟੈਂਡ ਕਰ ਗਏ ਆਪਣਾ ਮੁਖਤਲਿਫ ਰੋਡਸ ਦੇ ਉੱਪਰ ਔਰ ਬੜੀ ਤੋੜ ਭੰਨ ਹੋਈ ਤੇ ਪੁਲਿਸ ਨੇ ਮਤਲਬ ਲਾਠੀ ਚਾਰਜ ਵੀ ਕੀਤਾ। ਵੀਡੀਓਜ਼ ਮਤਲਬ ਤੁਹਾਨੂੰ ਨਾਲ ਨਾਲ ਮੈਂ ਵਿਖਾਈ ਵੀ ਜਾਵਾਂਗਾ। ਉਹਦੇ 'ਚ ਅਸਾਤਜ਼ਾ ਦੇ ਉੱਤੇ ਵੀ ਤਸ਼ੱਦਦ ਕੀਤਾ ਗਿਆ, ਲਾਠੀ ਚਾਰਜ ਕੀਤਾ ਗਿਆ। ਜਿਹੜੀ ਇਹ ਚੀਜ਼ ਜਿਹੜੀ ਹੈ ਨਾ ਜੀ ਇਹ ਮੈਂ ਸਮਝਦਾ ਕਿ ਇਹ ਗਲਤ ਆ, ਇਹ ਗਲਤ ਹੋਈ। ਅਗਰ ਉਹ ਆਪਣੀ ਮਤਲਬ ਹੱਕ ਦੇ ਉੱਪਰ ਕੋਈ ਆਵਾਜ਼ ਉਠਾਉਂਦੇ ਆ ਚਲੋ ਇੰਨੀ ਕੁ ਤੇ ਹੋਣੀ ਹੈ ਨਾ, ਮੰਨ ਲਿਆ ਕਿ ਮਤਲਬ ਗਲਤ ਹੈ ਸਾਰੀਆਂ ਚੀਜ਼ਾਂ ਗਲਤ ਆ ਕਿ ਜਨਾਬ ਮਤਲਬ ਸਕੂਲ ਦਾ ਸਿਸਟਮ ਉਹਨਾਂ ਕੋਲ ਠੀਕ ਨਹੀਂ ਬਣਿਆ। ਲੇਕਿਨ ਮਸਲਾ ਇਹ ਹੈ ਕਿ ਤੁਸੀਂ ਇੱਕ ਪੁਲਿਸ ਰਿਆਸਤ ਹਕੂਮਤ ਔਰ ਮਤਲਬ ਚਲੋ ਤੁਸੀਂ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਜੀ ਕਿ ਇਹ ਨਿਜਕਾਰੀ ਇਹਨਾਂ ਨੂੰ ਕਰ ਦਿੱਤਾ ਗਿਆ ਕਿ ਉਹਦੇ 'ਤੇ ਬੈਠ ਕੇ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਇਤਮਾਦ 'ਚ ਲਿਆ ਜਾਂਦਾ, ਟੇਬਲ ਟਾਕ ਹੁੰਦੀ ਫਿਰ ਉਹਦੇ 'ਤੇ ਮਤਲਬ ਉਹਦੇ 'ਤੇ ਐਕਸ਼ਨ ਲਿਆ ਜਾਂਦਾ। ਲੇਕਿਨ ਅਫਸੋਸ ਸਾਡੀ ਰਵਾਇਤੀ ਜਿਹੜੀ ਹਮੇਸ਼ਾ ਤੋਂ ਆ ਕਿ 4 ਬੰਦੇ ਜਿੱਥੇ ਜਮ੍ਹਾਂ ਹੋ ਗਏ ਪੁਲਿਸ ਨੂੰ ਬੁਲਾਇਆ ਗਿਆ ਤੇ ਨਾਲ ਹੀ ਲਾਠੀ ਚਾਰਜ ਮਜ਼ਾਮਤ ਹੁੰਦੀ ਹੈ, ਮਤਲਬ ਸ਼ੱਕ ਕੋਈ ਨਹੀਂ ਔਰ ਉਸ ਟਾਈਮ ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਹੈ ਇਹ ਸਾਰਾ ਕੁਛ ਕਰਨਾ ਤੇ ਮਤਲਬ ਉਹ ਚੀਜ਼ਾਂ ਬੱਚਿਆਂ ਨੂੰ ਵੀ ਵਿੱਚੇ ਹੀ ਟੀਚਰਾਂ ਨੂੰ ਵੀ ਵਿੱਚੇ ਹੀ ਮਾਰਿਆ ਗਿਆ। ਇਹਦੀ ਮੈਂ ਮਜ਼ਮਤ ਕਰਾਂਗਾ ਔਰ ਇਹ ਬਿਲਕੁਲ ਗਲਤ ਇਕਦਾਮ ਸੀ। ਠੀਕ ਹੋ ਗਿਆ ਜੀ ਕਿਉਂਕਿ ਇਹ ਚੀਜ਼ਾਂ ਕਰਨ ਤੋਂ ਪਹਿਲੇ ਸ਼ਾਇਦ ਮੇ ਵੀ ਗੌਰਮੈਂਟ ਨੇ ਇਹਨਾਂ ਚੀਜ਼ਾਂ ਨੂੰ ਮਤਲਬ ਉਹਨਾਂ ਦੇ ਗੋਸ਼ਗੁਜ਼ਾਰ ਕੀਤਾ ਹੋਵੇ। ਲੇਕਿਨ ਇੱਕ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਕਿ ਹੁਣ ਆਣ ਕੇ ਇਹ ਬੜੀ ਦੇਰ ਤੋਂ ਇਹ ਸਿਸਟਮ ਚੱਲ ਰਿਹਾ ਹੋਏਗਾ, ਬੜੀ ਦੇਰ ਤੋਂ ਇਹ ਮਾਮਲਾ ਖਰਾਬ ਹੋਣਗੇ। ਜਿੰਨੀਆਂ ਗੌਰਮੈਂਟਸ ਆਈਆਂ ਜਿੰਨੀ ਮਤਲਬ ਆਏ ਔਰ ਮਤਲਬ ਜਿਹੜਾ ਐਜੂਕੇਸ਼ਨ ਦਾ ਅਦਾਰਾ ਉਹ ਕੀ ਕਰ ਰਿਹਾ ਸੀ ਮਤਲਬ ਉਹ ਇਨਸਪੈਕਸ਼ਨ ਕਿਉਂ ਨਹੀਂ ਸੀ ਕਰ ਰਿਹਾ, ਇੱਕ ਸਵਾਲੀਆ ਨਿਸ਼ਾਨ ਨਹੀਂ ਹੈ ਇਹ ਕਿ ਹੁਣ ਆਣ ਕੇ ਹੀ ਕਿਉਂ ਇਹ ਸਾਰੀਆਂ ਚੀਜ਼ਾਂ ਐਕਸਪੋਜ਼ ਹੋਈਆਂ। ਔਰ ਉਸ ਤੋਂ ਬਾਅਦ ਅਗਰ ਦੇਖੋ ਮਤਲਬ ਤੁਸੀਂ ਵੇਖੋ ਕਿ ਬੱਚੇ ਅੱਗੋਂ ਮਜ਼ਾਮਤ ਕਰ ਰਹੇ ਆ, ਟੀਚਰਸ ਕਰ ਰਹੇ ਆ ਔਰ ਮਤਲਬ ਮਾਰ ਰਹੇ ਆ ਪੁਲਿਸ ਵਾਲੇ। ਇਹ ਚੀਜ਼ ਮਤਲਬ ਜਿਹੜੀ ਨਾ ਪਾਕਿਸਤਾਨ ਦੇ ਵਿੱਚ ਮਤਲਬ ਇਹਤਜਾਜ ਕਰਨਾ ਐਡਾ ਆਸਾਨ ਨਹੀਂ, ਐਡਾ ਈਜ਼ੀ ਨਹੀਂ ਹੈਗਾ। ਅਗਰ ਤੁਸੀਂ ਆਪਣੀ ਹੱਕ ਦੀ ਆਵਾਜ਼ ਚੁੱਕੋਗੇ ਮਾਰ ਤੁਹਾਨੂੰ ਹੀ ਪੈਣੀ, ਤੁਸੀਂ ਹੱਕ ਨਹੀਂ ਮੰਗ ਸਕਦੇ। ਦੂਸਰੀ ਮਤਲਬ ਸਿਰਫ ਇੰਸਪੈਕਸ਼ਨ ਦੀ ਹੱਦ ਤੱਕ ਅਗਰ ਗੱਲ ਕੀਤੀ ਜਾਵੇ ਕਿ ਇਹਨਾਂ ਦੀ ਨਾਅਹਿਲੀ ਅਗਰ ਟੀਚਰਸ ਦੀ ਗੱਲ ਕੀਤੀ ਜਾਵੇ, ਨਾਅਹਿਲ ਟੀਚਰਸ ਦੀ
ਤੇ ਉਹਨਾਂ ਨੂੰ ਵਿੱਚੋਂ ਕੱਢਿਆ ਵੀ ਜਾ ਸਕਦਾ ਸੀ। ਮਤਲਬ ਸਕੂਲਸ ਨੂੰ ਬਿਹਤਰ ਕਰਨ ਲਈ ਐਜੂਕੇਸ਼ਨ ਬੋਰਡ ਜਿਹੜਾ ਸੀ ਅਦਾਰਾ ਵਾ ਸਾਡਾ, ਉਹ ਕਰ ਸਕਦਾ ਸੀ ਬਹੁਤ ਕੁਛ। ਇੰਸਪੈਕਸ਼ਨ ਇਹ ਉਹ ਟੀਮਸ ਕਿੱਧਰ ਗਈਆਂ, ਉਹ ਕਿਸੇ ਨੇ ਇਹਨਾਂ 'ਚ ਸਰਵੇ ਹੀ ਕੀਤਾ ਗਿਆ ਨਾ, ਲੇਕਿਨ ਉਹਨੂੰ ਠੀਕ ਕਰਨ ਲਈ ਉਹ ਵੀ ਕਰ ਸਕਦੇ ਸੀ। ਉਹਨਾਂ ਹੀ ਬਜਟ ਦੇ ਵਿੱਚ ਉਹਦੇ ਸਾਰੇ ਸਿਸਟਮ ਉਹ ਠੀਕ ਕਰ ਸਕਦੇ, ਲੇਕਿਨ ਅਫਸੋਸ ਫੀਸਸ ਨੂੰ ਵਧਾ ਦਿੱਤਾ ਜਾਂਦਾ ਜਾਂ ਕੁਛ ਇਸ ਤਰ੍ਹਾਂ ਦਾ ਕਰਕੇ ਮਤਲਬ ਉਹਨਾਂ ਨੂੰ ਮੈਨੇਜ ਕਰ ਦਿੱਤਾ ਜਾਂਦਾ। ਲੇਕਿਨ ਇਹਨੂੰ ਦੇ ਦਿੱਤਾ ਗਿਆ ਸਿਰਫ ਮਤਲਬ ਸਰਵੇ ਦੇ ਮੁਤਾਬਿਕ, ਇਹਨਾਂ ਦਾ ਜਿਹੜਾ ਇਹਨਾਂ ਨੇ ਇੰਸਪੈਕਸ਼ਨ ਕੀਤੀ ਉਹਦੇ ਮੁਤਾਬਿਕ ਕਿ ਜੀ ਸਕੂਲਸ ਦੀ ਨਾਅਹਿਲੀਆਂ ਕਾਫੀ ਜ਼ਿਆਦਾ ਸੀ। ਤੇ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਕਿਹੜੀ ਤਨਜ਼ੀਮ ਨੂੰ ਦਿੱਤਾ ਗਿਆ। ਇਹ ਜਨਾਬ ਆਪਣਾ ਤਨਜ਼ੀਮ ਹੈਗੀ ਜੀ ਮੁਸਲਿਮ ਹੈਂਡ, ਜਿਨ੍ਹਾਂ ਦਾ ਸਰਗੋਦਾ ਦੇ ਵਿੱਚ ਇੱਕ ਮਤਲਬ ਕਹਿ ਲਓ ਕਿ ਬੜਾ ਰੋਬ ਹੈ ਜੀ, ਮਰੂਫ ਮਜ਼ਹਬੀ ਰੂਹਾਨੀ ਤੇ ਸਿਆਸੀ ਸ਼ਖਸੀਅਤ ਹੈ, ਪੀਰ ਅਮੀਨ ਅਲ ਹਸਨਾਤ, ਤੇ ਜਿਨ੍ਹਾਂ ਦਾ ਤਾਲਕ ਲਾਹੌਰ ਨਾਲ ਹੈ। ਤੇ ਇਹਨਾਂ ਦਾ ਇੱਕ ਮਤਲਬ ਬੇਸਿਕਲੀ ਕਿਤਾਬਾਂ ਦੀ ਇੱਕ ਛਾਪ ਦਾ ਬਹੁਤ ਵੱਡਾ ਅਦਾਰਾ ਵੀ ਇਹਨਾਂ ਦਾ ਕਾਰਖਾਨਾ ਹੈਗਾ ਲਾਹੌਰ ਦੇ ਵਿੱਚ, ਤੇ ਨਾਲ ਇੱਕ ਸਰਗੋਦਾ ਦੇ ਵਿੱਚ ਨਿੱਜੀ ਯੂਨੀਵਰਸਿਟੀ ਵੀ ਚਲਾ ਰਹੇ ਨੇ, ਔਰ ਇਹੀ ਇਹਨਾਂ ਨੂੰ ਸਕੂਲਸ ਨੂੰ ਲੈ ਕੇ ਚੱਲਣਗੇ। ਇਹਦੇ 'ਚ ਪਹਿਲੇ ਇੱਕ ਗੱਲ ਦੱਸ ਚੁੱਕਿਆ ਮੈਂ ਕਿ ਇਹਦੇ ਵਿੱਚ ਜਨਾਬ ਜਿਹੜੇ ਸਕੂਲਸ ਹੋਣਗੇ ਉਹ 2000 ਤੋਂ ਜ਼ਾਇਦ ਤਾਦਾਦ ਵਾਲੇ ਜਿਹੜੇ ਸਕੂਲ ਦੇ ਵਿੱਚ ਦੋ ਸਕੂਲ ਹੋਣਗੇ, ਤੇ ਉਹ ਜਿਹੜੀ ਮੁਸਲਿਮ ਹੈਂਡ ਜਿਹੜੀ ਤਨਜ਼ੀਮ ਹੈ ਨਾ ਜੀ, ਉਹਦੇ ਹਵਾਲੇ ਕਰ ਦਿੱਤੇ ਜਾਣਗੇ। ਉਹ ਇਹਨਾਂ ਨੂੰ ਲੁੱਕ ਆਫਟ ਕਰੇਗਾ, ਉਹ ਆਪਣੀ ਮਰਜ਼ੀ ਨਾਲ ਫੀਸਾਂ ਲਾਏਗਾ, ਉਹ ਸਾਰਾ ਸਿਸਟਮ ਹੈ। ਲੇਕਿਨ ਜਿਹੜੀ ਇੱਕ ਚੀਜ਼ ਆ ਰਹੀ ਹੈ ਨਾ ਕਿ ਉਹਦੇ 'ਚ ਬਹੁਤ ਸਾਰੇ ਮਾਮਲਾਤ ਆ ਜਾਣਗੇ, ਮਤਲਬ ਪੈਨਸ਼ਨਸ ਦੇ ਮਸਲੇ ਹੋਣਗੇ ਜਾਂ ਕੁਛ ਇਹ ਚੀਜ਼ਾਂ, ਜਿਹੜਾ ਉਹਨਾਂ ਨੂੰ ਮਤਲਬ ਇਹ ਇੰਨਾ ਮਤਲਬ ਜਿਹੜਾ ਸਕੂਲ ਮੁਜ਼ਾਹਰਿਆਂ ਦਾ ਇੰਨਾ ਚੱਕਰ ਬਣਿਆ ਅੱਜ ਦਾ, ਉਹਦੀ ਵਜ੍ਹਾ ਰੀਜ਼ਨ ਇਹ ਹੈ ਕਿ ਇਹ ਕਿਸ ਵਜ੍ਹਾ ਤੋਂ ਮਤਲਬ ਉਹਨਾਂ ਨੇ ਐਡਾ ਰੱਦ ਅਮਲ ਦਿੱਤਾ, ਰਿਐਕਸ਼ਨ ਦਿੱਤਾ ਕਿ ਜਨਾਬ ਉਹ ਸਾਡੀ ਸਾਰੀ ਮਰਜ਼ੀਆਂ ਖਤਮ ਹੋ ਜਾਣਗੀਆਂ। ਲੇਕਿਨ ਇਹਦੇ ਲਈ ਚਾਹੀਦਾ ਸੀ ਕਿ ਗੌਰਮੈਂਟ ਇੱਕ ਟੇਬਲ ਟਾਕ ਕਰਦੀ, ਮਤਲਬ ਐਜੂਕੇਸ਼ਨ ਬੋਰਡ ਜਾਂ ਮਤਲਬ ਅਸਾਤਜ਼ਾ ਨੂੰ ਮਤਲਬ ਇਤਮਾਦ 'ਚ ਲਿਆ ਜਾਂਦਾ ਕਿ ਵੀ ਇਹ ਮਾਮਲਾ ਮਤਲਬ ਰਲ ਮਿਲ ਕੇ। ਲੇਕਿਨ ਅਨਫੋਰਚੂਨੇਟਲੀ ਜਦੋਂ ਵੀ ਕੋਈ ਮਾਮਲਾ ਮਸਲਤ ਕੀਤੇ ਜਾਂਦੇ ਆ, ਉਹਨਾਂ ਨੂੰ ਟੇਬਲ ਟਾਕ ਦੇ ਜ਼ਰੀਏ ਸੁਲਝਾਉਣ ਦੀ ਕੋਸ਼ਿਸ਼ ਪਾਕਿਸਤਾਨ ਦੀ ਰਵਾਇਤ ਆ ਕਿ ਉਹਨੂੰ ਨਹੀਂ ਕੀਤਾ ਜਾਂਦਾ। ਮਤਲਬ ਉਹਨੂੰ ਜਦੋਂ ਕੋਈ ਮਾਮਲਾ ਖਰਾਬ ਹੋ ਜਾਂਦਾ ਤਾਂ ਫਿਰ ਉਸ ਮਾਮਲੇ ਨੂੰ ਨਾ ਵਿਗਾੜਿਆ ਜਾਂਦਾ। ਮੈਂ ਵੀ ਮਤਲਬ ਸਮਝਦਾ ਕਿ ਸਾਡਾ ਤਾਲੀਮ ਐਜੂਕੇਸ਼ਨ ਦਾ ਮਾਹੌਲ ਜਿਹੜਾ ਬਹੁਤ ਅੱਛਾ ਹੋਣਾ ਚਾਹੀਦਾ, ਬਹੁਤ ਅੱਛੇ ਸਕੂਲ ਹੋਣੇ ਚਾਹੀਦੇ। ਗੌਰਮੈਂਟ ਨੂੰ ਚਾਹੀਦਾ ਕੋਈ ਉੱਤੇ ਪੈਸੇ ਲਾ ਕੇ ਅੱਛਾ ਸਕੂਲ, ਅੱਛਾ ਸਿਲੇਬਸ, ਹਰ ਬੱਚੇ ਨੂੰ ਯੂਨੀਫਾਰਮ, ਇਹ ਉਹ ਸਾਰੀ ਚੀਜ਼ਾਂ ਮਤਲਬ ਟਨ ਟਨ ਮਿਲਣੀਆਂ ਚਾਹੀਦੀਆਂ। ਲੇਕਿਨ ਮਸਲਾ ਫਿਰ ਉਹੀ ਆ ਜਾਂਦਾ ਕਿ ਅਸੀਂ ਸਿਰਫ ਕੁਝ ਦਿਨ ਲਈ ਇਹ ਸਾਰੇ ਮਾਮਲਾਤ ਨੂੰ ਵੇਖਦੇ ਹਾਂ, ਉਸ ਤੋਂ ਬਾਅਦ ਸੌਂ ਜਾਂਦੇ ਹਾਂ। ਫਿਰ ਜਦੋਂ ਅੱਖਾਂ ਉਦੋਂ ਖੁੱਲ੍ਹਦੀਆਂ ਜਦੋਂ ਸਾਡਾ ਭੱਠਾ ਪੈਂਦਾ। ਤੇ ਇਸ ਨਿਜ਼ਾਮ ਨੂੰ ਬਦਲਣ ਲਈ, ਇਹਨਾਂ ਚੀਜ਼ਾਂ ਨੂੰ ਬਦਲਣ ਲਈ ਮਤਲਬ ਇਹ ਸਾਡਾ ਨਹੀਂ ਹੈਗਾ ਸ਼ਿਵਾ ਕਿ ਅਸੀਂ ਰੋਡ ਦੇ ਉੱਪਰ ਨਿਕਲ ਕੇ ਅਸੀਂ ਤੋੜ ਫੋੜ ਕਰੀਏ ਜਾਂ ਅਸੀਂ ਇਹਤਜਾਜ ਕਰੀਏ। ਮਤਲਬ ਇਹਤਜਾਜ ਦਾ ਵੀ ਇੱਕ ਰੱਦ ਅਮਲ ਆ। ਸਾਈਕਲੀ ਅਗਰ ਵੇਖਿਆ ਜਾਏ ਨਾ, ਸਾਈਕੀ ਨੂੰ, ਜਾਂ ਅਗਰ ਤੁਸੀਂ ਜ਼ਿਹਨਾਂ ਨੂੰ ਦੇਖੋ ਤੇ ਮਤਲਬ ਇਹ ਹੈ ਕਿ ਉਹ ਮਜਬੂਰ ਹੋ ਜਾਂਦਾ ਬੰਦਾ ਕਿ ਮੇਰੇ ਨਾਲ ਇਹ ਹੋ ਰਿਹਾ ਤੇ ਮੈਂ ਰੋਡ ਤੇ ਨਿਕਲਾਂਗਾ ਤੇ ਸਾਰੇ ਮਾਮਲਾ ਹੱਲ ਹੋ ਜਾਣਗੇ। ਲੇਕਿਨ ਨਜ਼ਰ ਇਹ ਆ ਰਿਹਾ ਕਿ ਮਾਮਲਾ ਸੁਲਝਣ ਦੀ ਬਜਾਏ ਖਰਾਬ ਹੋ ਜਾਂਦੇ। ਤੇ ਇਸ ਕਰਕੇ ਪਾਕਿਸਤਾਨ ਤੇ ਸਾਡੇ ਸਾਰਿਆਂ ਦਾ ਹੀ ਆ। ਮਤਲਬ ਅਸੀਂ ਜਮਹੂਰੀ ਮੁਲਕ 'ਚ ਰਹਿੰਦੇ ਹਾਂ ਤੇ ਸਾਡਾ ਹੱਕ ਬਣਦਾ ਹੈ ਆਪਣੇ ਹੱਕ ਦੀ ਗੱਲ ਕਰਨਾ, ਹੱਕ ਦੇ ਉੱਤੇ ਡਟ ਜਾਣਾ, ਹੱਕ ਦੀ ਆਵਾਜ਼ ਚੱਕਣਾ। ਲੇਕਿਨ ਮਸਲਾ ਇਹ ਕਿਉਂ ਆ ਇਹ ਕਿ ਅਸੀਂ ਇਹ ਆਵਾਜ਼ ਵੀ ਨਹੀਂ ਚੱਕ ਸਕਦੇ। ਮਤਲਬ ਇਹ ਸਿਸਟਮ ਕਿਉਂ ਪਾਕਿਸਤਾਨ ਦਾ ਇਸ ਤਰ੍ਹਾਂ ਦਾ ਬਣ ਗਿਆ ਕਿ ਅਸੀਂ ਬਿਲਕੁਲ ਮਫਲੂਜ ਹੋ ਕੇ ਰਹਿ ਗਏ ਇਸ ਮਾਮਲੇ 'ਚ। ਬਾਕੀ ਇਹ ਸਕੂਲਾਂ ਦੇ ਮਾਮਲੇ 'ਚ ਤੁਹਾਨੂੰ ਦੱਸ ਦਿੱਤਾ ਕਿ ਉਹਦੇ 'ਚ ਕੀ ਮਤਲਬ ਕਿਸ ਵਜ੍ਹਾ ਤੋਂ ਇਹ ਕੀਤਾ ਜਾ ਰਿਹਾ ਔਰ ਕਿਸ ਵਜ੍ਹਾ ਤੋਂ ਇਹਤਜਾਜ ਹੋਇਆ ਔਰ ਕੀ ਇਹਨਾਂ ਦੇ ਟੀਚਰਸ ਦੇ ਮੁਤਾਲਬਾਤ ਨੇ ਕਿ ਉਹ ਕੀ ਚਾਹੁੰਦੇ ਆ ਤੇ ਹੁਕੂਮਤ ਕੀ ਚਾਹੁੰਦੀ ਹੈ। ਹੁਕੂਮਤ ਬੇਸਿਕਲੀ ਅਗਰ ਦੇਖਿਆ ਜਾਏ ਤਾਂ ਵੇਖਿਆ ਜਾਏ ਪੋਜ਼ਿਟਿਵਿਟੀ ਨੂੰ ਵੇਖਿਆ ਜਾਏ ਕਿ ਜਨਾਬ ਉਹ ਟੀਚਰਸ, ਕਿਉਂਕਿ ਸਰਵੇ ਕੀਤਾ ਗਿਆ ਹਕੂਮਤੀ ਸਤ੍ਹਾ ਤੇ ਇਹਦਾ ਮਤਲਬ ਆ ਕਿ ਬਹੁਤ ਸਾਰੀਆਂ ਜਗ੍ਹਾ ਤੇ ਫਾਲਟਸ ਨਿਕਲੇ, ਲੇਕਿਨ ਉਹਨਾਂ ਨੂੰ ਕਵਰ ਕੀਤਾ ਜਾ ਸਕਦਾ ਸੀ, ਗੌਰਮੈਂਟ ਖੁਦ ਕਰ ਸਕਦੀ ਸੀ। ਲੇਕਿਨ ਇਹਨੂੰ ਮਤਲਬ ਉਹਨਾਂ ਨੇ ਬਿਹਤਰ ਸਮਝਿਆ ਕਿ ਇਹਨੂੰ ਨਿਜਕਾਰੀ 'ਚ ਦੇ ਦਿੱਤਾ ਜਾਏ, ਪ੍ਰਾਈਵੇਟ ਕਰ ਦਿੱਤਾ ਜਾਵੇ ਤੇ ਸ਼ਾਇਦ ਮਾਮਲਾ ਠੀਕ ਹੋ ਜਾਣ। ਤੇ ਇਹਦੀ ਗਰੰਟੀ ਵੀ ਸ਼ਾਇਦ ਮੈਂ ਵੀ ਪਤਾ ਨਹੀਂ, ਮਤਲਬ ਸਕੂਲਸ ਹਰ ਜਗ੍ਹਾ ਮਤਲਬ ਉਹਦੀ ਇੰਸਪੈਕਸ਼ਨ ਰਹੇਗੀ, ਹਰ ਜਗ੍ਹਾ ਜਾ ਕੇ ਵੇਖਿਆ ਜਾਏਗਾ ਕਿ ਮਤਲਬ ਉਹ ਜਿਹੜੇ ਸਕੂਲਸ ਆ ਕਿਸ ਤਰ੍ਹਾਂ ਵਰਕ ਕਰ ਰਹੇ। ਲੇਕਿਨ ਇਹਦੇ ਹੁਣ ਜਦੋਂ ਮਤਲਬ ਇਸ ਸਿਸਟਮ 'ਚ ਜਾਣਗੇ ਤੇ ਸਿਸਟਮ ਚੱਲੇਗਾ ਤੇ ਫਿਰ ਪਤਾ ਚੱਲੇਗਾ। ਬਾਕੀ ਅੱਜ ਦਾ ਜਿਹੜਾ ਮਾਮਲਾ ਹੈ ਕਿ ਸਾਜ਼ਾ ਵੀ ਰੋਡ ਤੇ ਸ਼ਾਗਿਰਦ ਵੀ ਰੋਡ ਤੇ, ਜਿਹੜੀ ਇੱਕ ਬੜੀ ਗਲਤ ਜੀ ਰਵਾਇਤ ਵੀ ਆ। ਤੇ ਦੂਸਰਾ ਕਿ ਪੁਲਿਸ ਨੇ ਜਿਹੜਾ ਐਕਸ਼ਨ ਲਿਆ ਔਰ
ਮਾਰਿਆ ਕੁੱਟਿਆ, ਉਸ 'ਚ ਅਸਾਤਜ਼ਾ ਦੀ ਵੀ ਗਲਤੀ ਮੈਂ ਕਹਾਂਗਾ, ਕਿਉਂਕਿ ਅਸਾਤਜ਼ਾ ਨੂੰ ਬੱਚਿਆਂ ਨੂੰ ਇਹ ਤਰਗੀਬ ਨਹੀਂ ਸੀ ਦੇਣੀ ਚਾਹੀਦੀ, ਬਲਕਿ ਇਹਨੂੰ ਪੁਰਅਮਨ ਤਰੀਕੇ ਨਾਲ ਆਪਣਾ ਇਹਤਜਾਜ ਰਿਕਾਰਡ ਕਰਾਉਣਾ ਚਾਹੀਦਾ ਸੀ, ਔਰ ਪੁਰਅਮਨ ਤਰੀਕੇ ਨਾਲ ਆਪਣੀ ਆਵਾਜ਼ ਜਿਹੜੀ ਬੁਲੰਦ ਕਰਨੀ ਚਾਹੀਦੀ ਸੀ। ਤੇ ਪੁਲਿਸ ਨੂੰ ਵੀ ਇਹ ਨਹੀਂ ਸੀ ਚਾਹੀਦਾ, ਕਿਉਂਕਿ ਉਹ ਰਵਾਇਤੀ ਭੇਡ ਚਾਲ ਆ, ਇਹ ਜਦੋਂ ਵੀ ਕੋਈ ਮਜ਼ਾਹਮਤ ਹੋਈ ਹੈ ਤੇ ਅੱਗੋਂ ਲਾਠੀ ਚਾਰਜ ਹੋਇਆ, ਕਿਉਂਕਿ ਬੱਚਿਆਂ ਤੇ ਨਹੀਂ ਸੀ ਕਰਨਾ ਚਾਹੀਦਾ ਇਹ ਚੀਜ਼। ਤੇ ਬਾਕੀ ਤੁਹਾਡੇ ਸਾਹਮਣੇ ਸਾਰੀ ਗੱਲ ਖੋਲ ਦਿੱਤੀ ਹੈ ਕਿ ਇਹਦੀ ਅੱਜ ਦੀ ਰੀਜ਼ਨ ਕੀ ਹੈ ਤੇ ਵਜ੍ਹਾ ਕੀ। ਤੇ ਇਨਸ਼ਾਅੱਲਾ ਕੱਲ ਇੱਕ ਨਵੇਂ ਟੌਪਿਕ ਨਾਲ ਫਿਰ ਕਮਰ ਅब्बास ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗਾ, ਤੇ ਕੱਲ ਤੱਕ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।